ਹੈਲੋ एवरीवन ਵੈਲਕਮ ਬੈਕ ਟੂ ਸੁਖਸ਼ਮ ਮੈਮ ਕੀ ਕਲਾਸਿਸ ਤੇ ਅੱਜ ਸੀਗਾ ਸਾਡੀ ਕਲਾਸ 9ਵੀਂ ਦਾ ਇੰਗਲਿਸ਼ ਦਾ ਬਾਈ ਮੰਥਲੀ ਐਗਜ਼ਾਮ। ਬੱਚੇ ਬੜੇ ਖੁਸ਼ ਨੇ, ਅੱਛੇ ਨੰਬਰ ਆ ਸਕਦੇ ਨੇ, ਕਹਿ ਰਹੇ ਨੇ ਕਿ ਪੇਪਰ ਆਂਦਾ ਸੀਗਾ, ਈਜ਼ੀ ਸੀਗਾ। ਆਈ ਹੋਪ ਸਭ ਦਾ ਪੇਪਰ ਬਹੁਤ ਚੰਗਾ ਗਿਆ ਹੋਵੇ। ਲੈਟਸ ਸੀ ਕਿ ਹੁਣ ਤੁਹਾਡੇ ਕਿੰਨੇ ਮਾਰਕਸ ਆਣਗੇ। ਮੈਂ ਪੂਰਾ ਪੇਪਰ ਤੁਹਾਡੇ ਲਈ ਸੋਲਵ ਕਰਾਂਗੀ ਤੇ ਐਕਸਪਲੇਨ ਵੀ ਕਰਾਂਗੀ ਕਿ ਕਿਹੜਾ ਆਨਸਰ ਕਿਉਂ ਬਣ ਰਿਹਾ ਹੈ। ਠੀਕ ਹੈ, ਜੇ ਆਨਸਰਸ ਰੋਂਗ ਵੀ ਗਏ ਨੇ ਤੇ ਨਿਰਾਸ਼ ਨਹੀਂ ਹੋਣਾ, ਹੋਰ ਪ੍ਰੈਕਟਿਸ ਕਰਾਂਗੇ ਤਾਂ ਕਿ ਨੈਕਸਟ ਟਾਈਮ ਸਾਡੇ ਵਧੀਆ ਨੰਬਰ ਆਣ। ਲੈਟਸ ਸਟਾਰਟ ਟੁਡੇਜ਼ ਵੀਡੀਓ ਨਾਓ। ਚਲੋ ਅੱਜ ਦਾ ਪੇਪਰ ਸੋਲਵ ਕਰਦੇ ਹਾਂ ਤੇ ਵੇਖਦੇ ਹਾਂ ਕਿ ਤੁਹਾਡੇ ਕਿੰਨੇ ਆਨਸਰਸ ਰਾਈਟ ਗਏ। ਫਸਟ ਪੈਸੇਜ ਹੈ ਨਿਊ ਈਅਰ ਈਵ ਦੇ ਬਾਰੇ। ਨਿਊ ਈਅਰ ਈਵ ਕੀ ਹੁੰਦੀ ਹੈ? ਜੋ ਮੇਨ ਤੁਹਾਡਾ ਓਕੇਜ਼ਨ ਹੁੰਦਾ ਹੈ ਉਹ ਤੋਂ ਪਹਿਲੇ ਦੀ ਈਵਨਿੰਗ ਜਿਹੜੀ ਹੁੰਦੀ ਹੈ ਉਹਨੂੰ ਨਿਊ ਈਅਰ ਈਵ ਕਹਿ ਰਹੇ ਨੇ। ਇੱਥੇ ਨਿਊ ਈਅਰ ਦੀ ਗੱਲ ਹੋ ਰਹੀ ਹੈ ਤੇ ਨਿਊ ਈਅਰ ਈਵ, ਜੇ ਬਰਥਡੇ ਹੈ ਬਰਥਡੇ ਤੋਂ ਪਹਿਲੀ ਸ਼ਾਮ ਉਹਨੂੰ ਬਰਥਡੇ ਈਵ ਕਹਿੰਦੇ ਹਨ ਐਂਡ ਸੋ ਔਨ। ਠੀਕ ਹੈ, ਨਾਓ ਫਸਟ ਕੁਐਸਚਨ ਇਜ਼ ਦ ਨਿਊ ਈਅਰ ਈਵ ਰੈਫਰਸ ਟੂ। ਹੁਣ ਨਿਊ ਈਅਰ ਈਵ ਦਾ ਕੀ ਮਤਲਬ ਹੈ? ਦ ਈਵ, ਇਹਦਾ ਆਪਸ਼ਨ ਆਏਗਾ ਬੀ ਤੁਹਾਡਾ ਆਂਸਰ, ਦ ਈਵਨਿੰਗ ਆਫ ਦਸੰਬਰ 31st। ਨਿਊ ਈਅਰ ਇੱਕ ਦਾ ਹੁੰਦਾ ਹੈ, ਇੱਕ ਤੋਂ ਪਹਿਲੇ ਦੀ ਸ਼ਾਮ, ਇੱਕ ਤੋਂ ਪਹਿਲੇ ਕਿਹਦੀ ਸ਼ਾਮ ਆਏਗੀ? 31 ਦਸੰਬਰ ਆਏਗਾ। ਨੈਕਸਟ ਇਜ਼ ਵਾਈ ਵਰ ਦ ਸਲੀਪਰਸ ਨਾਟ ਗੁੱਡ ਇਨਫ। ਹੁਣ ਇਹਦੇ ਵਿੱਚ ਜੋ ਸਲੀਪਰਸ ਦੀ ਗੱਲ ਹੋਈ ਹੈ ਉਹ ਠੀਕ ਕਿਉਂ ਨਹੀਂ ਸੀ? ਇੱਥੇ ਲਾਈਨ ਹੈ ਦੇਖੋ, that she had been wearing slippers when she left home, but what good are they? They had been her mother's, so no one can imagine how big they were। तो ਇਹਦਾ ਮਤਲਬ ਕੀ ਹੈ ਕਿ ਸਲੀਪਰਸ ਕੀ ਸੀਗੇ? ਆਪਸ਼ਨ ਏ, the slippers were large for her feet। ਉਹਦੇ ਪੈਰਾਂ ਦੇ ਹਿਸਾਬ ਨਾਲ ਵੱਡੇ ਸੀ। why did the match girl run fast across the street? ਹੁਣ ਜਿਹੜੀ ਮੈਚ ਗਰਲ ਸੀਗੀ ਉਹ ਸੜਕ ਤੇ ਤੇਜ਼ ਕਿਉਂ ਦੌੜ ਰਹੀ ਸੀ? now find that line। she ran across the street to escape from the two carriages that were being driven terribly fast। ਇਹਦਾ ਮਤਲਬ ਆਪਸ਼ਨ ਸੀ ਤੁਹਾਡਾ ਆਂਸਰ ਹੈ, to get away from the two carriages। question number 4, why were the match girl's feet red and blue? ਉਹਦੇ ਜਿਹੜੇ ਪਾਉ ਸੀਗੇ ਉਹ ਰੈਡ ਐਂਡ ਬਲੂ ਕਿਉਂ ਸੀ? ਹੁਣ ਇੱਥੇ ਲਿਖਿਆ ਹੋਇਆ ਰੈਡ ਐਂਡ ਬਲੂ ਵਿਦ ਦ ਕੋਲਡ। ਇਹਦਾ ਮਤਲਬ ਤੁਹਾਡਾ ਕੀ ਆਂਸਰ ਹੈ? ਆਪਸ਼ਨ ਬੀ ਤੁਹਾਡਾ ਆਂਸਰ ਹੈ, ਬਿਕੋਜ਼ ਆਫ ਕੋਲਡ। ਫਿਫਥ ਇਜ਼ ਵਾਈ ਵਰ ਹਰ ਪॉकेट्स ਫੁੱਲ ਆਫ ਮੈਚੇਸ। ਉਹਦੇ ਜਿਹੜੇ ਪਾਕਟ ਵਿੱਚ ਇੰਨੇ ਸਾਰੇ ਮੈਚेस ਕਿਉਂ ਸੀਗੇ, ਮੈਚ ਬਾਕਸਸ ਕਿਉਂ ਸੀਗੇ? ਬਿਕੋਜ਼ यहाँ पर देखो, ਹੁਣ ਇੱਥੇ ਵੇਖੋ, nobody had bought any from her and nobody had given her a single penny all the day। ਇਹਦਾ ਮਤਲਬ ਕਿ ਉਹ ਵੇਚ ਰਹੀ ਸੀ ਉਹਨਾਂ ਨੂੰ, ਰਾਈਟ। ਆਪਸ਼ਨ ਡੀ ਤੁਹਾਡਾ ਆਂਸਰ ਹੈ, she had them to sell and earn money। Now B part, study the poster carefully and answer the questions that follows। ਹੁਣ ਪੋਸਟਰ ਦਿੱਤਾ ਹੋਇਆ ਹੈ ਟਾਈਮਸ ਕਿਡ ਨੇ, ਦ ਪ੍ਰੀ ਸਕੂਲ ਡੈਟ ਕੇਅਰਸ। ਇੱਕ ਪ੍ਰੀ ਸਕੂਲ ਦਾ ਨਾਮ ਹੈ ਟਾਈਮਸ ਕਿਡ, ਜਿਨਨੇ ਕੀ ਬਣਾਇਆ ਹੈ, ਕੀ ਇੰਟਰੋਡਿਊਸ ਕੀਤਾ ਹੈ? ਕੰਪੀਟੀਸ਼ਨ ਉਹਨਾਂ ਨੇ ਇੰਟਰੋਡਿਊਸ ਕਰ ਰਹੇ ਨੇ ਜਿਹਦਾ ਨਾਮ ਹੈ ਡਰਾਇੰਗ ਕੰਪੀਟੀਸ਼ਨ ਲਿਟਲ ਚੈਂਪਸ। ਐਂਟਰੀ ਫ੍ਰੀ ਹੈ, ਸੰਡੇ ਨੂੰ ਹੈਗਾ ਹੈ 12 ਜੁਲਾਈ 2014 ਉਹਦੀ ਡੇਟ ਹੈ, ਟਾਈਮ ਹੈ 10:30 ਵਜੇ। ਪਹਿਲੇ 3 ਨੰਬਰ ਤੇ ਆਉਣ ਵਾਲੇ ਨੂੰ ਪ੍ਰਾਈਜ਼ ਦਿੱਤੇ ਜਾਣਗੇ ਤੇ ਬਾਕੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਏਜ ਗਰੁੱਪ ਹੈ 1.5 ਸਾਲ ਤੋਂ 5.5 ਸਾਲ। ਵੈਨਿਊ ਇਹ ਰਿਹਾ, ਈਮੇਲ ਇਹ ਰਹੀ। ਠੀਕ ਹੈ, ਮੇਨ ਮੈਂ ਤੁਹਾਨੂੰ ਦੱਸਤਾ ਇੱਥੇ ਕੀ ਦਿੱਤਾ ਗਿਆ ਹੈ। ਨਾਓ ਲੈਟਸ ਸੋਲਵ ਆ ਕੁਐਸਚਨ। ਹੂ ਆਰਗੇਨਾਈਜ਼ਡ ਦ ਡਰਾਇੰਗ ਕੰਪੀਟੀਸ਼ਨ? ਕਿੰਨੇ ਆਰਗੇਨਾਈਜ਼ ਕੀਤਾ ਸੀ? ਟਾਈਮਸ ਨੇ, ਜੋ ਇੱਕ ਪ੍ਰੀ ਸਕੂਲ ਹੈ, ਟਾਈਮਸ ਕਿਡਸ। ਨੈਕਸਟ, in which month of the year was the event held? ਕਿਹੜੇ ਮਹੀਨੇ ਚ ਹੋਇਆ ਸੀ? ਜੁਲਾਈ। ਹੁਣ ਨੰਬਰ ਦੱਸਣਾ ਹੈ, ਜਨਵਰੀ, ਫੈਬਰੂਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ। 7th, ਆਪਸ਼ਨ ਬੀ ਤੁਹਾਡਾ ਆਂਸਰ ਹੈ। ਨੈਕਸਟ, what did the kids have to pay to participate? ਹੁਣ ਕੀ ਪੈਸੇ ਭਰਨੇ ਪੈਣਗੇ ਪਾਰਟਿਸਿਪੇਟ ਕਰਨ ਲਈ? ਤੁਹਾਨੂੰ ਮੈਂ ਦੱਸਿਆ ਸੀ ਉੱਪਰ ਕਿ ਫ੍ਰੀ ਹੈ, ਇਹਦਾ ਮਤਲਬ ਡੀ ਆਪਸ਼ਨ ਤੁਹਾਡਾ ਆਂਸਰ ਹੈ, ਨਥਿੰਗ। Who could participate in the drawing competition? कौन participate कर सकता है? ऑप्शन आएगा सी, प्री स्कूलर्स, क्योंकि 1.5 साल तो 5.5 साल की उम्र ਦੇ ਵਿੱਚ ਦੇ ਬੱਚਿਆਂ ਨੂੰ प्री स्कूलर्स ਕਿਹਾ ਜਾਂਦਾ ਹੈ। And last is Priya participated in the drawing competition but she couldn't hold any position। What did she get as an award? ਹੁਣ ਉਹਨੇ participate ਕੀਤਾ but ਉਹਦੀ ਕੋਈ ਪੋਜੀਸ਼ਨ ਨਹੀਂ ਆਈ ਤਾਂ ਉਹਨੂੰ ਕੀ ਮਿਲੇਗਾ? ਤੁਹਾਨੂੰ ਮੈਂ ਦੱਸਿਆ ਸੀਗਾ ਸਰਟੀਫਿਕੇਟਸ ਮਿਲਣਗੇ। ਆਪਸ਼ਨ ਸੀ ਤੁਹਾਡਾ ਆਂਸਰ ਹੈ, ਪਾਰਟਿਸਿਪੇਸ਼ਨ ਸਰਟੀਫਿਕੇਟਸ। Now second part, choose the correct answers of the following textual questions। मतलब कि क्वेश्चन ਤੁਹਾਡੇ ਟੈਕਸਟ ਬੁੱਕਸ ਚੋਂ ਆਏ ਨੇ, ਤੁਹਾਡੇ ਚੈਪਟਰਸ ਚੋਂ ਆਏ ਨੇ, ਤੁਹਾਡੇ ਲਈ ਈਜ਼ੀ ਹੋਣਗੇ। What should one be aware of? ਕਿਤੋਂ ਬਚ ਅਵੇਅਰ ਰਹਿਣਾ ਚਾਹੀਦਾ, ਕਿਤੋਂ ਬਚ ਕੇ ਰਹਿਣਾ ਚਾਹੀਦਾ ਹੈ? ਆਪਸ਼ਨ ਬੀ ਤੁਹਾਡਾ ਆਂਸਰ ਹੈ, ਫਲੈਟਲਰਸ, ਜੋ ਬਟਰਿੰਗ ਬਹੁਤ ਜ਼ਿਆਦਾ ਕਰਦੇ ਨੇ। ਠੀਕ ਹੈ, where did Bose display his machine? ਹੁਣ ਬੋਸ ਨੇ ਆਪਣੀ ਮਸ਼ੀਨ ਕਿੱਥੇ ਡਿਸਪਲੇ ਕੀਤੀ ਸੀ? ਆਪਸ਼ਨ ਏ, in Paris Congress of Science। okay, next is which of the following change had not taken place in Sushil? ਹੁਣ ਸੁਸ਼ੀਲ ਵਿੱਚ
ਕਿਹੜੀ ਚੀਜ਼ ਨਹੀਂ ਬਦਲੀ ਸੀ? ਆਪਸ਼ਨ ਹੈ ਤੁਹਾਡਾ D, his clothes were now much too big for him। ठीक है। नेक्स्ट इज नंबर 4, पावर ऑफ टाइम इज ग्रेटर देन दैट ऑफ। ਹੁਣ ਪਾਵਰ ਦਾ ਜੋ ਪਾਵਰ ਚ ਜੋ ਸ਼ਕਤੀ ਹੈ, ਟਾਈਮ ਮਤਲਬ ਕਿ ਟਾਈਮ ਚ ਜੋ ਪਾਵਰ ਹੈ, ਸ਼ਕਤੀ ਹੈ, ਉਹ ਕਿਤੋਂ ਵੱਡੀ ਹੈ? ਆਪਸ਼ਨ ਸੀ, ਪੈਸੇ ਤੋਂ। ਮਤਲਬ ਕਿ ਟਾਈਮ ਇਜ਼ ਮੋਰ ਇੰਪੋਰਟੈਂਟ ਦੇਨ ਮਨੀ, ਯੂ नो। नेक्स्ट इज which is the most important thing for doing something। ਹੁਣ ਕੁਝ ਕਰਨ ਲਈ ਸਭ ਤੋਂ ਇੰਪੋਰਟੈਂਟ ਕੀ ਹੈ? ਇੰਪੋਰਟੈਂਟ ਟਾਈਮ, ਮਤਲਬ be present। present is your answer। the name of ਸ਼ੇਰ ਸਿੰਘ's village was। ਹੁਣ ਸ਼ੇਰ ਸਿੰਘ ਦੇ ਵਿਲੇਜ ਦਾ ਨਾਂ ਕੀ ਸੀ? ਆਪਸ਼ਨ ਸੀ, ਲਾਡਵਾਨੀ। who were the two men। ਹੁਣ in the flood chapter ਵਿੱਚ ਦੋ ਜਿਹੜੇ ਬੰਦੇ ਸੀ ਉਹ ਕੌਣ ਸੀ? ਬਹੁਤ easy ਹੈ, ਆਪਸ਼ਨ B, thieves। 8th, according to the poet no men are। ਹੁਣ poet ਦੇ accordingly ਕੋਈ ਵੀ ਬੰਦਾ ਕੀ ਨਹੀਂ ਹੈ? D, strange। 9th, who said these words। ਇਹ words ਕਿੰਨੇ ਕਹੇ ਸੀ ਕਿ your brother will live, come and see। ਚੈਪਟਰ ਦਾ ਨਾਮ ਹੈ ਜਰਨੀ ਬਾय ਨਾਈਟ। ਹੁਣ ਕਿੰਨੇ ਕਹੇ ਸੀ? ਆਪਸ਼ਨ ਸੀ, ਡਾਕਟਰ ਨੇ ਕਹੇ ਸੀ। ਐਂਡ ਲਾਸਟ ਇਜ਼ where can God be found। ਹੁਣ ਰੱਬ ਕਿੱਥੇ ਮਿਲ ਸਕਦਾ ਹੈ? ਦੱਸੋ। with hard workers, ਜੋ ਮਿਹਨਤ ਕਰਦੇ ਨੇ। Now next is part 3rd, poetry, 3 marks। Remember, we who take up arms against each other, it is the human earth that we defile। Our hells of fire, dust outrage the innocence of air that is everywhere our own। Remember, no men are foreign and no countries strange। hun name the poet of the poem। hun kaun poet hai beta? Option A, James Kirkup। Question number 2, who were we referred in to in the above lines। ਹੁਣ poet जो कह we किन्नू कह रहा है? कौन है? ਅਸੀਂ कौन ਆ? Option C, human beings। Third is what do we defile by fighting। ਅਸੀਂ ਕਿन्नू ਨੁਕਸਾਨ ਪਹੁੰਚਾ ਰਹੇ ਹਾਂ? Option D, earth ਨੂੰ। ਠੀਕ ਹੈ। Next ਹੈ vocabulary। kind ਦਾ ਤੁਸੀਂ ਕੀ ਦੱਸਣਾ ਹੈ? Antonym। Antonym means opposite। ਮੈਂ ਜਿੰਨੀ ਵੀ comprehension solve ਕਰਾਨੀ ਤੁਹਾਨੂੰ ਮੈਂ ਦੱਸਿਆ ਹੋਇਆ ਹੈ। Synonym S ਤੋਂ ਸ਼ੁਰੂ ਹੁੰਦਾ ਹੈ, means same meaning। Antonym opposite। kind ਦਾ opposite ਕੀ ਹੁੰਦਾ ਹੈ? Option C, cruel। and huge ਦਾ opposite ਕੀ ਹੋਏਗਾ? Option C, tiny। next is do as directed। ਤੁਹਾਡੀ ਕੀ ਹੈ? ਇਹ grammar part ਹੈ। ਠੀਕ ਹੈ। have you got dash butter। ਕੀ ਤੁਹਾਡੇ ਕੋਲ ਕੁਝ butter ਹੈ? means any ਆਏਗਾ ਇੱਥੇ। ਠੀਕ ਹੈ। few, many, the little ਨਹੀਂ ਆਏਗਾ, any ਆਏਗਾ। ਠੀਕ ਹੈ। next, आगरा इज फेमस डैश इट्स हिस्टोरिकल बिल्डिंग्स। ਹੁਣ आगरा किस लिए फेमस है? अपनी हिस्टोरिकल बिल्डिंग ली। ऑप्शन आएगा ए, फॉर। preposition चूज करनी है। थर्ड इज यू डैश कीप योर प्रॉमिस। ਤੁਹਾਨੂੰ अपना प्रॉमिस हमेशा रखना चाहिए है। ऑप्शन बी, मस्ट। फोर्थ, आई वुड रेदर डाई दैन टेल अ लाई। मैं मरना प्रेफर करांगा कितों झूठ बोलन दी जगह। मेक हे डैश द सन शाइन्स। ਹੁਣ ਉਦੋਂ ਖੁਸ਼ੀ ਮਨਾਓ ਜਦੋਂ ਸਨ ਸ਼ਾਈਨ ਕਰ ਰਿਹਾ, ਜਦੋਂ ਮਤਲਬ ਵਾਈਲ। ਆਪਸ਼ਨ ਬੀ ਤੁਹਾਡਾ ਆਨਸਰ ਹੈ। ਸਿਕਸਥ ਇਜ਼ ਆਇਡੈਂਟੀਫਾਈ ਦ ਟਾਈਪ ਆਫ ਅੰਡਰਲਾਈਨ ਕਲੌਜ਼ ਇਨ ਦ ਗਿਵਨ ਸੈਂਟੈਂਸ। ਗॉड ਹੈਲਪਸ ਦੋਜ਼ ਹੂ ਹੈਲਪਸ ਦੈਮਸੈਲਫ। ਹੁਣ ਇਹਦਾ ਕਿਹੜਾ ਕਲੌਜ਼ ਹੈ? ਕਲੌਜ਼ ਹੈ ਐਡਜੈਕਟਿਵ ਕਲੌਜ਼ ਹੈ, ਬਿਕੋਜ਼ ਦੋਜ਼ ਨੂੰ ਰੈਫਰ ਕੀਤਾ ਜਾ ਰਿਹਾ ਹੈ, ਤੇ ਇਹ ਤੁਹਾਡਾ ਆਨਸਰ ਹੈ। ਨੈਕਸਟ ਇਜ਼ ਟ੍ਰਾਂਸਲੇਸ਼ਨ। ਹੁਣ ਇਹਨੂੰ ਟ੍ਰਾਂਸਲੇਟ ਕਰਨਾ ਹੈ ਪੰਜਾਬੀ ਟੂ ਇੰਗਲਿਸ਼। ਸੂਰਜ ਪੂਰਬ ਵਿੱਚੋਂ ਨਿਕਲਦਾ ਹੈ। ਬਹੁਤ ਈਜ਼ੀ ਹੈ। The sun rises in the east। Option A। ਕੀ ਮੈਂ ਪਾਣੀ ਪੀਤਾ? ਕੀ option ਆਏਗਾ ਦੱਸੋ। ਹੁਣ question ਹੈ, question mark ਹੈ, ਤੇ ਇਹ ਦੋਨੋਂ answer ਹੈ। Did I drink water। ठीक है। next है translate the following lines from English to Punjabi। ਹੁਣ English ਲਿਖੀ ਹੈ, ਪੰਜਾਬੀ ਚ ਕਰਨਾ ਹੈ। Number 1, what do you call this instrument। question mark ਹੈ, A, B ਚੋਂ ਹੀ answer ਹੈ। what do you ਲਿਖਿਆ ਹੋਇਆ ਹੈ, ਕਹੋਗੇ will ਨਾਲ ਆਂਦਾ ਹੈ, ਤੇ option A ਤੁਹਾਡਾ answer ਹੈ। ਤੁਸੀਂ ਇਸ ਯੰਤਰ ਨੂੰ ਕੀ ਕਹਿੰਦੇ ਹੋ। second is there were no men in the village। ਕਿ ਉਸ ਪਿੰਡ ਵਿੱਚ ਕੋਈ ਬੰਦਾ ਨਹੀਂ ਸੀ। option A ਤੁਹਾਡਾ answer ਹੈ। ਪਿੰਡ ਵਿੱਚ ਕੋਈ ਆਦਮੀ ਨਹੀਂ ਸਨ। ਠੀਕ ਹੈ। next composition ਹੈ। You are ਆਲੋਕ, ਤੁਹਾਡਾ ਨਾਮ ਆਲੋਕ ਹੈ। living in 56 ਅਜੀਤ ਨਗਰ ਅੰਬਾਲਾ। ਤੁਸੀਂ ਰਹਿੰਦੇ ਹੋ 56 ਅਜੀਤ ਨਗਰ ਅੰਬਾਲਾ। write a letter to your younger brother ਪੱਪੂ on his bad performance in studies। ਹੁਣ ਤੁਸੀਂ ਆਪਣੇ ਛੋਟੇ ਭਰਾ ਜਿਹਦਾ ਨਾਮ ਪੱਪੂ ਹੈ, ਉਹਨੂੰ ਇੱਕ ਲੈਟਰ ਲਿਖਣੀ ਹੈ ਕਿ ਉਹਦੀ ਸਟੱਡੀਜ਼ ਚ ਪਰਫਾਰਮੈਂਸ ਅੱਛੀ ਨਹੀਂ ਆਈ ਹੈ। who is writing
Who is writing the letter to whom? ਹੁਣ ਕੌਣ ਕਿਸ ਨੂੰ ਲੈਟਰ ਲਿਖ ਰਿਹਾ ਹੈ? ਆਲੋਕ ਲਿਖ ਰਿਹਾ ਹੈ ਪੱਪੂ ਨੂੰ। ਠੀਕ ਹੈ, ਨੈਕਸਟ, which of the following sentence is not appropriate for the given letter? ਹੁਣ ਜਦੋਂ ਤੁਸੀਂ ਇਹ ਲੈਟਰ ਲਿਖੋਗੇ ਇਨ ਚਾਰਾਂ ਵਿੱਚੋਂ ਕਿਹੜੀ ਲਾਈਨ ਉਹਦੇ ਵਿੱਚ ਯੂਜ਼ ਨਹੀਂ ਹੋਏਗੀ ਜਾਂ ਉਹ appropriate ਨਹੀਂ ਹੈ। ਆਪਸ਼ਨ ਬੀ ਤੁਹਾਡਾ ਆਨਸਰ ਹੈ, I have learned that you are left with only few hours to relax and enjoy। ਹੁਣ ਇਹ ਆਨਸਰ ਕਿਉਂ ਆਏਗਾ? ਕਿਉਂਕਿ ਪੇਪਰ ਹੋ ਚੁੱਕਾ ਹੈ, ਬੈਡ ਪਰਫਾਰਮੈਂਸ ਹੋ ਚੁੱਕੀ ਹੈ, तो ਉਦੋਂ ਕਿਹੜਾ ਟਾਈਮ ਬਚਿਆ ਰਿਲੈਕਸ ਇੰਜੋਏ ਕਰਨ ਦਾ, ਸਮਝ ਗਏ ਹੋ? इसलिए ऑप्शन बी। नेक्स्ट इज विच एक्सप्रेशन इज सूटेबल एज द ओपनिंग लाइन ऑफ द लेटर, कि जो तुसी लेटर लिखोगे इन चारों विचों केड़ी लाइन तुसी यूज करोगे। ठीक है, ए है कि आई हैव कम टू नो अबाउट दैट यू हैव पास्ड, ओ पास ते होया नहीं, ते आंसर नहीं है। आई एम रियली अपसेट टू नो दैट यू हैव फेल्ड, बी ਤੁਹਾਡਾ आंसर है क्योंकि यही बनेगा। नेक्स्ट कह रहा है कि आई एम ग्लैड टू नो अबाउट योर बैड परफॉर्मेंस, कोई भी खुश नहीं होएगा किसी की बैड परफॉर्मेंस जान के, तो लाइन भी नहीं आएगी। लेट्स सेलिब्रेट दिस अचीवमेंट, एक अचीवमेंट नहीं है, इसलिए ये भी ऑप्शन नहीं होएगा, बी ਤੁਹਾਡਾ आंसर है। ध्यान नाल देखना, सिर्फ वर्ड्स पढ़ के नहीं लिख देना, समझना भी है। सिलेक्ट द ऑप्शन दैट कंक्लूड्स द लेटर एप्रोप्रिएटली, ਹੁਣ एक ऑप्शन चूज करो जो एक एंडिंग लाइन हो सकती है इस लेटर दी। ठीक है, ए है आई होप यू विल स्टार्ट पेइंग मोर अटेंशन टू योर स्टडीज, की मैं आशा करता हाँ कि तू स्टडीज वाल होर ध्यान देगा। लॉट्स ऑफ रिस्पेक्ट टू यू, कि मैं तेरी बहुत रिस्पेक्ट करता हाँ या तेरे बहुत रिस्पेक्ट दे रहा हाँ। मे हिज सोल रेस्ट इन पीस, कि उस बंदे की आत्मा ਨੂੰ शांति मिले। प्लीज फोकस मोर ऑन फिजिकल एक्टिविटी, की खेल कूद भी ज्यादा ध्यान दे। ऑप्शन आएगा ए, आई होप यू विल स्टार्ट पेइंग मोर अटेंशन टू योर स्टडीज, क्योंकि ਉਹਦੀ परफॉर्मेंस बैठ जा रही है। एंड लास्ट इज चूज द सुटेबल सब्सक्रिप्शन फॉर दिस लेटर, इस लेटर के एंड विच की लिखोगे, तुसी कौन हो? योर एल्डर ब्रदर, सी आंसर आएगा। ठीक है, एंड विद दिस साडा ए पूरा क्वेश्चन पेपर सॉल्व हो गया है।